औज़ुबिल्लाहिमिनश्शैतानिर्रजीम बिस्मिल्लाहिर्रहमानिर्रहीम जज़ल्लाहुन्ना सय्यदना मुहम्मदन सल्लल्लाहु अलैहि वसल्लम माहवालहु। अस्सलाम वालेकुम जी। मैं ਤੁਹਾਡਾ ਹੋਸਟ ਵਿਕਾਸ ਅਹਿਮਦ ਨੂਨ ਆਪਣੇ YouTube ਚੈਨਲ ਲਹਿੰਦੇ ਪੰਜਾਬ ਸੋਹਣੇ ਪੰਜਾਬ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਜਿੱਦਾਂ ਕਿ ਤੁਹਾਡੇ ਸਾਹਮਣੇ ਪੰਜਾਬ ਦੀਆਂ ਬਰਾਦਰੀਆਂ ਤੇ ਪੰਜਾਬ ਦੇ ਕਬੀਲੇ ਤੁਹਾਨੂੰ ਅਸੀਂ ਦੱਸ ਰਹੇ ਹਾਂ ਗੁਜ਼ਸ਼ਤਾ ਪ੍ਰੋਗਰਾਮਾਂ 'ਚ। ਅੱਜ ਤੁਹਾਨੂੰ ਅਸੀਂ ਦੱਸਾਂਗੇ ਰਾਜਪੂਤਾਂ ਦੇ ਬਾਰੇ 'ਚ, ਰਾਣਿਆਂ ਦੇ ਬਾਰੇ 'ਚ। ਰਾਜਪੂਤ ਰਾਣੇ ਕੌਣ ਸੀ, ਕਿੱਥੋਂ ਆਏ, ਕਿਹੜੀ ਜਗ੍ਹਾ ਨਾਲ ਇਹ ਤਲਕ ਰੱਖਦੇ ਆ। ਸਭ ਤੋਂ ਪਹਿਲੇ एक गल कहांगा, साढ़े आखिरी नबी हज़रत मुहम्मद मुस्तफ़ा सल्लल्लाहु अलैहि वसल्लम ने फरमाया, ना किसी अजमी नूं अरबी ते फोकीयत आ, ना अरबी नूं अजमी ते फोकीयत आ, ना गोरे नूं काले ते, ना काले नूं गोरे ते। तुहाडे चों बेहतर ओह वा जिहड़ा मुतकी ते परहेज़गार आ। कबीले जो भी आ ये रब वालों बने आ, इंसानां दी पहचान वास्ते बने आ। सारे इंसान बराबर आ, मुतकी ते परहेज़गार बेहतर आ। ਕਿਸੇ ਵੀ ਕਬੀਲੇ ਦੀ ਬੜਾਈ ਕਰਨਾ ਸਾਡਾ ਮਕਸਦ ਨਹੀਂ। ਜੋ ਤਾਰੀਖ ਦੇ ਵਿੱਚ ਦਰਜ ਵਾ ਉਹ ਸਾਡਾ ਕੰਮ ਆ ਤੁਹਾਡੇ ਤੱਕ ਪਹੁੰਚਾਉਣਾ। ਨਵੀਂ ਪੀੜ੍ਹੀ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ, ਕਿਉਂਕਿ ਕਿਸੇ ਕੋਲ ਨਾ ਟਾਈਮ ਨਹੀਂ ਹੈਗਾ ਕਿਤਾਬਾਂ ਖੋਲ ਕੇ ਪੜ੍ਹੇ, ਕੰਪਿਊਟਰ ਖੋਲ ਕੇ ਪੜ੍ਹੇ, ਤੇ ਮੈਂ ਇਹ ਆਸਾਨੀ ਪਤਾ ਕੀਤੀ ਆ। ਚਲੋ ਜੀ ਸ਼ੁਰੂ ਕਰਦੇ ਹਾਂ ਰਾਜਪੂਤਾਂ ਦੇ ਬਾਰੇ। ਸਭ ਤੋਂ ਪਹਿਲੇ ਜੀ ਤਾਰੀਖ ਦੱਸਣ ਤੋਂ ਪਹਿਲੇ ਰਾਜਪੂਤਾਂ ਦੇ ਬਾਰੇ ਦੱਸੀਏ ਜੀ। ਸਾਡਾ ਵਤਨ ਪਾਕਿਸਤਾਨ ਇੱਕ ਰਾਜਪੂਤ ਨੇ ਬਣਾਇਆ। ਮੁਹੰਮਦ ਅਲੀ ਜਿਨਾਹ, ਕਾਇਦ ਆਜ਼ਮ ਮੁਹੰਮਦ ਅਲੀ ਜਿਨਾਹ ਇੱਕ ਰਾਜਪੂਤ, ਪੰਜਾਬੀ ਰਾਜਪੂਤ ਸੀ। ਇਹ ਗੱਲ ਕਿਹਨੇ ਦੱਸੀ ਜੀ? ਮੌਲਾਨਾ ਇਸਰਾਰ ਸਾਹਿਬ ਨੇ ਦੱਸੀ ਆਪਣੀ ਇੱਕ ਵੀਡੀਓ ਦੇ ਵਿੱਚ। ਉਹਨਾਂ ਨੇ ਦੱਸੀ ਕਿ ਕਾਇਦ ਆਜ਼ਮ ਦੇ ਇੱਕ ਸਾਥੀ ਨੇ ਪੁੱਛਿਆ ਕਿ ਤੁਸੀਂ ਇੱਦਾਂ ਤੁਸੀਂ ਇੱਕ ਇਸਮਾਇਲੀ ਖਵਾਜੇ ਹੋ, ਮਗਰ ਤੁਹਾਡੇ 'ਚ ਇੰਨੀ ਗਨ ਗਰਜ ਕਿਉਂ ਆ? ਉਹਨਾਂ ਨੇ ਕਿਹਾ ਜੀ ਕਿ ਮੈਂ ਖਵਾਜਾ ਖੂਜਾ ਕੋਈ ਨਹੀਂ, ਮੈਂ ਇੱਕ ਪੰਜਾਬੀ ਰਾਜਪੂਤ ਹਾਂ। ਸਾਡੇ ਵੱਡੇ ਕਾਫੀ ਅਰਸਾ ਪਹਿਲੇ ਮੰਟਗਮਰੀ ਜ਼ਿਲ੍ਹਾ ਸਾਹੀਵਾਲ ਤੋਂ ਉੱਠ ਕੇ ਕਾਠੀਆਵਾੜ ਗੁਜਰਾਤ ਚਲੇ ਗਏ ਸੀ। ਉੱਥੇ ਜਾ ਕੇ ਸਾਡੇ ਉੱਪਰ ਅਸਰ ਹੋ ਗਿਆ ਇਸਮਾਇਲੀ ਖਵਾਜਿਆਂ ਦਾ, ਇਸ ਕਰਕੇ ਅਸੀਂ ਲੋਕ ਸਾਨੂੰ ਇਸਮਾਇਲੀ ਖਵਾਜੇ ਕਹਿਣ ਲੱਗ ਪਏ। ਯਾਨੀ ਕਿ ਪਾਕਿਸਤਾਨ ਕਿਹਨੇ ਬਣਾਇਆ? ਇੱਕ ਰਾਜਪੂਤ ਨੇ ਬਣਾਇਆ, ਮੁਹੰਮਦ ਅਲੀ ਜਿਨਾਹ ਨੇ। ਦੂਜੀ ਗੱਲ, ਪਾਕਿਸਤਾਨ ਦਾ ਵਜ਼ੀਰ ਆਜ਼ਮ, ਜਮਹੂਰੀ ਵਜ਼ੀਰ ਆਜ਼ਮ ਜ਼ੁਲਫਕਾਰ ਅਲੀ ਭੱਟੋ, ਪਹਿਲਾ ਵਜ਼ੀਰ ਆਜ਼ਮ, ਲਿਆਕਤ ਅਲੀ ਖਾਨ ਤੋਂ ਬਾਅਦ ਕਹਿ ਲਓ ਪਹਿਲਾ ਵਜ਼ੀਰ ਆਜ਼ਮ, ਉਹ ਵੀ ਇੱਕ ਰਾਜਪੂਤ ਸੀ। ਐਟਮੀ ਪਲਾਂਟ ਦੀ ਬੁਨਿਆਦ ਰੱਖਣ ਵਾਲਾ ਇੱਕ ਰਾਜਪੂਤ ਸੀ, ਜ਼ੁਲਫਕਾਰ ਅਲੀ ਭੱਟੋ। ਕਾਦੀਆਨੀਆਂ ਨੂੰ ਕਾਫਰ ਕਰਾਰ ਦੇਣ ਵਾਲਾ ਇੱਕ ਰਾਜਪੂਤ ਸੀ, ਜ਼ੁਲਫਕਾਰ ਅਲੀ ਭੱਟੋ। 73 ਦਾ ਆਈਨ ਬਣਾਉਣ ਵਾਲਾ ਇੱਕ ਰਾਜਪੂਤ ਸੀ। ਹੁਣ ਤੁਹਾਨੂੰ ਤਾਰੀਖੀ ਪੱਸੇ ਮੰਜ਼ਰ ਦੱਸਾਂਗੇ ਜੀ, ਤੇ ਇਹ ਪਹਿਲੇ ਗੱਲ ਕਲੀਅਰ ਕਰ ਦਈਏ, ਇਹ 'ਚ ਮੇਰੀ ਕੋਈ ਜ਼ਾਤ ਦੀ ਇਨਵੋਲਵਮੈਂਟ ਨਹੀਂ। ਜੋ ਤਾਰੀਖ ਨੇ ਦੱਸਿਆ ਮੈਂ ਤੁਹਾਡੇ ਕੋਲ ਪੇਸ਼ ਕਰਨਾ। ਤੁਹਾਨੂੰ ਪਸੰਦ ਆਵੇ ਜਾਂ ਨਾ ਪਸੰਦ ਆਵੇ, ਇਹ ਤਾਰੀਖ ਦੱਸ ਰਹੀ ਆ, ਜ਼ਰੂਰ ਸੁਣਿਓ। राजपूत का लफ्जी मैनी आ जी राजा का बेटा। राजपूत अपने आप को खश्तरिया तबके की औलाद या मिंबर मानते हैं, लेकिन हकीकत इससे मुख्तलिफ है। ये दोनों के जाकर दसांगे। गुप्ता सल्तनत टूटने के बाद राजपूत की इब्तदा 5वीं सदी ईस्वी के वस्त है। सफेद हुन गुज्जर ਜਦੋਂ ਇੱਥੇ ਹਮਲਾਵਰ ਹੋਏ, ਜਿਹਨੂੰ ਹੈਫਥਲਾਈਟਸ ਵੀ ਕਹਿੰਦੇ, ਹੈਫਥਲਾਈਟਸ, ਔਰ ਉਹਨਾਂ ਨੇ ਆ ਕੇ ਇਹਨਾਂ ਕਬਾਇਲੀ ਇਲਾਕਿਆਂ ਦੇ ਜਿਹੜੇ ਕਬਾਇਲ ਬੈਠੇ ਸੀ ਹਿੰਦੁਸਤਾਨ ਤੇ, ਇਹਨਾਂ ਦੇ ਆ ਕੇ ਬੜੇ असरात छोड़े। बरसगीर के शुमाल और शुमाल मगरबी हिंदुस्तान माशरे के टूटने से हुई हमलावर गिरोह गालबन मौजूदा माशरे में जम हो गए। इसकी मिसाल मौजूदा शुमाल मगरबी हिंदुस्तान बतौर नमूना देखी जा सकती है। कबायली सरदारों और शुरफा को बतौर खश्तरी हिंदू तस्लीम कर लिया गया, और जो उनको मानने वाले थे वो शूदर या काश्तकार बन गए। कबायल उस टाइम कहते सी जी गुज्जर, जट ते अहीर। ਜਿਹੜੇ हमलावर पुजारी सी वो ब्राह्मण बन गए। कुछ मकामी कबायल ने राजपूत का दर्जा हासिल कर लिया, जैसे राजपूताना के राठौर, पंजाब के भट्टी और वस्ती हिंदुस्तान के चंदेला, परमारास और बंडेला। राजपूतां दी तारीख के हवाले तो मोरखीन के दरम्यान बहुत बहस रही है, इख्तलाफी बहस रही है। मोरख सतेश चंद्र कहते हैं, जदीद मोरखीन कमोबेश इस बात ते मुतफिक आ
ਕਿ ਰਾਜਪੂਤ ਮੁਤਫਰਕ ਗਰੋਹ ਤੇ ਮੁਸ਼ਤਮਲ ਸੀ, ਜਿਨ੍ਹਾਂ ਵਿੱਚ ਸ਼ੂਦਰ ਔਰ ਦੂਸਰੇ ਕਬਾਇਲ ਵੀ ਸ਼ਾਮਲ ਸੀ। ਕੁਝ ਬ੍ਰਾਹਮਣ ਸੀ ਜਿਹੜੇ ਜੰਗ ਜੁੰਗ करते रहते, जिसमें मकामी और गैर मुल्की शामिल सी। इस तरह राजपूत बरदरी की तश्कील सियासी अवामल का नतीजा था जिन्होंने ज़ात पात की नकलो हरकत को मुतासर किया। तो कुछ स्कॉलर ये कहते हैं संस्कृताइजेशन ਨੂੰ ਰਜਪੂਤਾਈਜੇਸ਼ਨ ਕਿਹਾ ਜਾਂਦਾ ਵਾ। ਜਦੀਦ ਸਕਾਲਰ ਦੇ ਮੁਤਾਬਕ ਰਜਪੂਤ ਦੇ ਤਕਰੀਬਨ ਸਾਰੇ ਕਬੀਲੇ, ਰਜਪੂਤਾਂ ਦੇ ਤਕਰੀਬਨ ਸਾਰੇ ਕਬੀਲੇ ਕਿਸਾਨਾਂ ਤੋਂ ਪੈਦਾ ਹੋਏ ਆ ਜਾਂ ਚਰਵਾਹਿਆਂ ਤੋਂ ਪੈਦਾ ਹੋਏ ਆ, ਕਿਸਾਨਾਂ ਤੋਂ ਪੈਦਾ ਹੋਏ ਆ ਜਾਂ ਚਰਵਾਹਿਆਂ ਤੋਂ ਪੈਦਾ ਹੋਏ। ਯਾਨੀ ਇਹ ਵੀ ਤੁਸੀਂ ਕਹਿ ਸਕਦੇ ਆ ਦੂਜੇ ਲਫ਼ਜ਼ਾਂ 'ਚ ਖਾਨਾ ਬਦੋਸ਼ ਕਬੀਲਿਆਂ ਨਾਲ ਤਲਕ ਇਹਨਾਂ ਰੱਖਦਾ ਸੀ। ਵੀਦੀਆ ਔਰ ਆਰਬੀ ਸਿੰਘ ਲਿਖਦੇ ਆ ਕਿ ਰਜपूतां की इब्तदा महाकाव्य रामायण और महाभारत की वेदक आर्यी खश्तरियों तो हुई सी। हेल्टी बैटल ने यह नतीजा अखज़ किया कि रजपूतां नूं महाकाव्य और वेदक के जरिए ट्रेस करने की कोशिश नाकाबिले यकीन आ। हालिया तहकीक के मुताबिक राजपूत मुख्तलिफ नस्ल और मुख्तलिफ जगरफाई पस मंजर तो आए सी। तनोजा कोठियाल कहती है नौ आबादियाती नस्लियाती खातों में राजपूतों को दूसरी बरादरियों बेलों, मीरों, मनासों, गुजरों, जाटों रायकाओं निकलने की बजाय ये सब एक राजपूत माजी का दावा करते हैं। जहाँ से वो जवाल का दावा करते हैं तहम तरीक इसके बिल्कुल बरक्स है। तनोजा कोठियाल कहती आ कि नौ आबादियाती नस्लियाती खातियां विच राजपूतां नूं दूसरी बरादरियों भेलों, मीरों, मनासों, गुजरों, जाटों रायकाओं तो निकलन की बजाय एक राजपूत माजी का दावा करते हैं। जिथों कहते आ साडा एक बड़ा शानदार राजपूतां का माजी सी, जिथों साडा उस तो बाद एक जवाल शुरू हो गया तो इस करके साडा एक अपना पसे मंजर है। साडा किसी बरादरी ना असी किसी बरादरी विचों नहीं है, असी ना जट्टां चों, ना गुजरां चों, ना मनासां चों, ना रायकावां चों। पर वो नाल तनोजा काठियावाल कोठियाल भी कहंदियां वा कि तरीक इर तो बिल्कुल बरक्स वा, तरीक इर तो बिल्कुल बरक्स है। लफज राजा पुत्रा बादशाह का बेटा सब तो पहले 11वीं सदी के संस्कृत के नविश्ता जातां विच शाही अहुदादारां वास्ते एक अहुदा ज़ाहिर होया। यानी कह रहा कि जो लफज राजा पुत्रा वा 11वीं सदी की किताबां चलना शुरू होया, जरा शाही अहुदेदारां वास्ते इस्तेमाल किया जाता सी। तो कुछ स्कॉलर ये कहते आ कि बादशाह के जेरे रिश्तेदार सी, करीब तरीन रिश्तेदार सी, उन्होंने वास्ते राजपुत्रा का लफज इस्तेमाल किया जाता सी। कुछ तरीकदारां के मुताबिक ये आला दर्जा के मर्दां वास्ते इस्तेमाल होंदा सी। राजपुत्रा आला दर्जे के मर्दां वास्ते इस्तेमाल होंदा सी। राजपुतरे विचों लफज निकलिया राजपूत। 15वीं सदी तो पहले ये लफज इस्तेमाल होंदा सी राजपूत कहने वास्ते हॉर्स सोल्जर यानी घोड़ा सिपाही, फौजी या पिंड का सरबराह या सरबराह का मतहत। तो 15वीं सदी तो बाद लफज राजपूत को वर्ना समकारा मखलूत जात की असल और खश्तरिया तो कम समझा जाने लगा। वक़्त के गुजरन के नाल नाल राजपूत की इस्तलाह मुरूसी सियासी हसीयत ज़ाहिर करने लई इस्तेमाल की गई। यानी 15वीं सदी तो पहले ये लफज इस्तेमाल होंदा सी राजपूत कहने वास्ते, किसी फौजी वास्ते, किसी पिंड के सरबराह वास्ते, सरबराह के असिस्टेंट वास्ते, किसी घोड़े सिपाही वास्ते, हॉर्स सोल्जर यानी कि। उस तो बाद 15वीं सदी तो बाद राजपूत लफज नूं वर्ना समकारा मिक्सड जी नस्ल वा एक और खश्तरिया तो कम यानी राजपूत जी नस्ल सी 15वीं सदी तो बाद कहा गया कि ये एक मिक्सड नस्ल है, एक मिक्सड नस्ल है, मखलूत नस्ल है। और एक खश्तरी जो राजपूत अपने आप को खश्तरी कहते सी और खश्तरियां तो कमतर समझा गया। यानी खश्तरियां ने कहा कि राजपूत साढ़े चो नहीं आ, एक मिक्सड नस्ल है, मखलूत नस्ल है। तो वक़्त गुजरन के नाल जिदा तरीक अगे वधदी रही, राजपूत लफज एक मुरूसी सियासत वास्ते, चुधराड़ वास्ते इस्तेमाल होने लग पाया। एम पानीकर एक हिंदुस्तानी स्कॉलर आ,
ਉਹ ਕਹਿੰਦਾ ਕਿ ਰਾਜਪੂਤ ਦਾ ਖਸ਼ਤਰੀ ਜ਼ਾਤ ਨਾਲ ਕੋਈ ਤਾਲੁਕ ਨਹੀਂ ਹੈਗਾ। ਸਾਰਾ ਫਾਰਸ ਔਰ ਰੈਨਹਾਰਡ ਬੈਂਡੈਕਸ ਵਰਗੇ ਸਮਾਜੀ ਮਾਹਿਰੀਨ ਦਾ ਕਹਿਣਾ ਕਿ ਸ਼ਮਾਲ ਮਗਰਬ ਦੇ ਵਿੱਚ ਅਸਲ ਖਸ਼ਤਰੀ ਜੋ ਮੋਰੀ ਦੌਰ ਤੱਕ ਛੋਟੀ ਛੋਟੀ ਸਲਤਨਤਾਂ 'ਚ ਮੌਜੂਦ ਸੀ, ਇੱਕ ਇੰਤਹਾਈ ਮੁਹੱਜ਼ਬ, ਤਲੀਮ ਯਾਫਤਾ ਔਰ ਦਾਨਸ਼ਵਰ ਗਰੋਹ ਸੀ, ਜਿਹੜੇ ਬ੍ਰਾਹਮਣਾਂ ਦੀ ਫਿਕਰੀ ਇਜਾਰਾਦਾਰੀ ਵਾਸਤੇ ਖਤਰਾ ਸੀ। ਮੈਕਸ ਵੈਬਰ ਦੇ ਮੁਤਾਬਕ ਕਦੀਮ ਜਿਹੜੀ ਤਾਰੀਖ ਕਦੀਮ ਤਹਰੀਰਾਂ ਜ਼ਾਹਰ ਕਰਦੀਆਂ ਕਿ ਉਹ ਮਜ਼ਹਬੀ ਮਾਮਲਾਤ ਵਿੱਚ ਬ੍ਰਾਹਮਣਾਂ ਦੇ ਮੁਤਾਹਤ ਨਹੀਂ ਸੀ, ਉਹ ਜਿਹੜੇ ਖਸ਼ਤਰੀ ਸੀ ਬ੍ਰਾਹਮਣਾਂ ਦੇ ਮੁਤਾਹਤ ਨਹੀਂ ਸੀ। ਇਸ ਕਰਕੇ ਉਹਨਾਂ ਖਸ਼ਤਰੀਆਂ ਨੂੰ ਹਰ ਵਕਤ ਜਿਹੜੇ ਬ੍ਰਾਹਮਣ ਸੀ ਉਹ ਉਹਨਾਂ ਕੋਲ ਡਰਦੇ ਰਹਿੰਦੇ ਸੀ, ਫਿਕਰੀ ਆਜ਼ਾਦੀ ਵਾਸਤੇ ਖਤਰਾ ਸੀ। ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਬ੍ਰਾਹਮਣਾਂ ਨੇ ਉਹਨਾਂ ਖਸ਼ਤਰੀਆਂ ਨੂੰ ਕਮਜ਼ੋਰ ਕਰਨਾ ਸ਼ੁਰੂ ਕਰਤਾ ਔਰ ਖਸ਼ਤਰੀਆਂ ਜਗ੍ਹਾ ਦੇ ਦਿੱਤੀ ਉਹਨਾਂ ਨੇ। ਉਸ ਵੇਲੇ ਦੇ ਰਜਪੂਤ ਜਿਹੜੇ ਅਨਪੜ੍ਹ ਸੀ, ਉੱਭਰਦੇ ਹੋਏ ਨਵੀਂ ਬਰਾਦਰੀ ਬਣੀ ਸੀ, ਉਹਨਾਂ ਨੇ ਬ੍ਰਾਹਮਣੀ ਬਰਤਰੀ ਨੂੰ ਕਬੂਲ ਕਰ ਲਿਆ। ਅੱਛਾ ਜੀ, ਇੱਕ ਹੋਰ ਜਿਹੜੀ ਤਹਿਕੀਕ ਆ, ਰਜਪੂਤ ਜਿਹੜੇ ਮੈਨੀ ਆ ਰਾਜਿਆਂ ਦੇ ਪੁੱਤਰ, ਇਹ ਆਪਣਾ ਸਿਲਸਿਲਾ ਜੋੜਦੇ ਆ ਦਿਓਮਾਲੀ ਸ਼ਖਸੀਅਤ ਦੇ ਨਾਲ। ਯਾਨੀ ਇਹੀ ਵਜ੍ਹਾ ਵਾ ਜਿਹੜੀ ਵਜ੍ਹਾ ਤੋਂ ਇਹਨਾਂ ਦੀ ਇਬਤਦਾ ਔਰ ਅਸਲ ਦੇ ਬਾਰੇ ਬੜੇ ਜ਼ਿਆਦਾ ਨਜ਼ਰੀਆਤ। ਐਸ਼ਵਰੀ ਰਾਜਪੂਤ ਪ੍ਰਸ਼ਾਦ ਦਾ ਕਹਿਣਾ ਕਿ ਉਹ ਵਿਦਰਕ ਦੌਰ ਦੇ ਛਤਰੀ ਸੀ। ਬਾਜ਼ ਦਾ ਕਹਿਣਾ ਹੈ ਸੇਥਨ ਔਰ ਹੁਣ ਹਮਲਾਵਰ ਸੀ। ਬਾਜ਼ ਰਾਜਪੂਤਾਨਾ 'ਚ ਮੁਕੀਮ ਹੋ ਗਏ ਸੀ। ਉਹਨਾਂ ਨੇ ਗੋਂਡੋਂ ਔਰ ਬਾਰੋਂ ਦੇ ਨਾਲ ਬਰਮਨੀ ਮਜ਼ਹਬ ਦੀ ਕਬੂਲ ਕਰਕੇ ਫੌਜੀ ਤਾਕਤ ਹਾਸਲ ਕਰ ਲਈ। ਮਿਸਟਰ CV ਵਿਦਿਆ ਦਾ ਕਹਿਣਾ ਵਾ ਪ੍ਰਿਥਵੀ ਰਾਜ ਰਾਸਾ ਦੇ ਮੁਸੰਨਫ ਚੰਦਰ ਬਰਾਏ ਨੇ ਰਜਪੂਤਾਂ ਨੂੰ ਸੂਰਜਹੰਸੀ ਚੰਦਰਹੰਸੀ ਸਾਬਤ ਕਰਨ ਤੋਂ ਆਜਜ਼ ਆ ਕਰ ਇੱਕ ਨਵੇਂ ਨਜ਼ਰੀਏ ਦੇ ਤਹਿਤ ਉਹਨਾਂ ਨੂੰ ਅਗਨੀਕਲ ਕਰਾਰ ਦੇ ਦਿੱਤਾ, ਯਾਨੀ ਅੱਗ ਦੇ ਖਾਨਦਾਨ ਤੋਂ, ਔਰ ਜਿਨ੍ਹਾਂ ਦੀ ਕੁਰਬਾਨੀ ਨੱਕ ਰੋਸ਼ਨ ਸੀ, ਔਰ ਇਹਨਾਂ ਤੋਂ ਰਜਪੂਤਾਂ ਦਾ ਇੱਕ ਮੋਰਸੇ ਆਲਾ ਪੈਦਾ ਹੋਇਆ। ਲੇਕਿਨ ਬਾਜ਼ ਫਾਜ਼ਿਲ ਹਿੰਦੂਆਂ ਨੇ ਇਹਨੂੰ ਸ਼ਾਇਰਾਨਾ ਅਫਸਾਨੇ ਤੋਂ ਵੱਧ ਕਰਾਰ ਦੇ ਦਿੱਤਾ। ਉਹਨੂੰ ਕਹੇ ਸ਼ਾਇਰਾਨਾ ਅਫਸਾਨਾ ਵਾ, ਇਹ 'ਚ ਕੋਈ ਹਕੀਕਤ ਨਹੀਂ ਹੈਗੀ। ਜ਼ਿਆਦਾਤਰ ਹਜ਼ਰਾਤ ਦਾ ਖਿਆਲ ਆ ਕਿ ਰਾਜਪੂਤ ਕੌਮ ਦੇ ਵਿੱਚ ਗੈਰ ਮੁਲਕੀ ਖੂਨ ਆ। ਜੇਮਸ ਟਾਡ ਨੇ ਆਪਣੀ ਮਸ਼ਹੂਰ ਕਿਤਾਬ ਤਰੀਖੇ ਰਾਜਸਥਾਨ 'ਚ ਇਸ ਨਜ਼ਰੀਏ ਦੀ ਤਾਇਦ ਕੀਤੀ। ਉਹ ਕਹਿੰਦੇ ਕਿ ਰਜਪੂਤ ਜਿਹੜੇ ਆ ਵਸਤ ਏਸ਼ੀਆ ਦੇ ਸਥੀਨ ਕਬਾਇਲ ਦਾ ਕਰੀਬੀ ਕਰਾਰ ਦਿੱਤਾ। ਜਿਮ ਸਟਾਰ ਦਾ ਕਹਿਣਾ ਵਾ ਕਿ ਮਹਿਮੂਦ ਗਜ਼ਨਵੀ ਦੇ ਦੌਰ ਤੱਕ ਬਹੁਤ ਸਾਰੀਆਂ ਕੌਮਾਂ ਹਿੰਦੁਸਤਾਨ ਤੇ ਹਮਲਾਵਰ ਹੋਈਆਂ, ਜਿਨ੍ਹਾਂ ਚੋਂ ਰਾਜਪੂਤ ਵੀ ਸ਼ਾਮਲ ਸੀ। ਜਿਹੜੀਆਂ ਹਿੰਦੁਸਤਾਨ ਦੀਆਂ 36 ਰਾਜ ਕੁਲੀਆਂ ਉਹਨਾਂ ਚੋਂ ਰਜਪੂਤ ਵੀ ਸ਼ਾਮਲ ਸੀ। अहम गल ये कि इनके द्वैता, इनके शजरा नसब, इनके कदीम नाम और बहुत से हालातों तवार चीन, ततार, मुग़ल, जट और सथियों से बहुत ज़्यादा मुशाबा हैं। इसलिए बासानी अंदाज़ा होता है कि राजपूत बालाउ ज़िक्र कवाम की एक नस्ल से ताल्लुक़ रखते थे। बालाउ ज़िक्र कवाम के लिए जी अपनिया सथीन, चीन, ततारी, मुग़ल, जट। वो कहते आ कि डॉक्टर P सरन के मुताबिक लफज राजपूत नस्ली मैनों में 10वीं सदी ईस्वी तक इस्तेमाल नहीं होया। यानी जितना तुहानूं पिछे मैं दसिया 11वीं सदी इस्तेमाल होना शुरू होया, 10वीं सदी तक लफज राजपूत इस्तेमाल नहीं होया। हत्ता कि ठाकर की इस्तेलाह जो मुसलमान मौरखीन ने अपनी तहरीरों में चंद बार इस्तेमाल की, वो एक कबीले के बारे में है। राय कबीला ईरान में बहुत पहले से मौजूद था। राय कबीला हुई जरा सुल्तान अरब अरसलान का नाजरा तल्लक सी। सुल्तान अरब सलान की तरीक पढ़ो, सुल्तान अरब अरसलान का तल्लक राय कबीले के नाल सी, इसलिए पहले तो मौजूद आ राय कबीले का कोई तल्लक राजपूतों के नाल नहीं है गया। सब तो पहले मुहम्मद बिन कासिम ने रांगी राणा का खिताब एक जट नूं ता कीता। रावत का कलमा रूठ या रोट या राट से बना, इसका मतलब मशरकी ईरान के बादशाह ना। वाजिया रहे कि 7वीं सदी तो पहले लफज राजपूत किते भी इस्तेमाल नहीं होया, किते भी इस्तेमाल नहीं है। इस करके राजियां दे बेटियां नूं राजपुत्र कहा जाता। वस संस्कृत में बादशाह ने माने जाता और पोहर संस्कृत के पुत्र का मुतरादिफ है। लेकिन 7वीं सदी तक राजे का इस्तेमाल होंदा रहा। चुनाचे जब शंकराचार्य के तहत कट्टर ब्राह्मण
मत का हया हुआ तो राजा पुत्रा का लफज इस्तेमाल हुआ। कलहाना ने राज तरंगी में राजपूतों वाज़े अंदाज में गैर मुल्की मगरूर बहादुर वफादार कहा गया। ये महज फर्जी आरा नहीं, किसी मुसलमान मुल्क ने पंजाब, सिंध, बलोचिस्तान, मकरान, क्याकान, अफगानिस्तान, गजनी, कश्मीर दी लड़ाइयां विच रजपूतां दा जिक्र नहीं किया। अब्बुल गाजी ने ततारियां तो मुगल अवाम के नस्ल नसब की जिहड़ियां रवायतां बयान कीतियां वा, ਉਹਦੀ ਰਵਾਇਤਾਂ ਦੇ ਮੁਤਾਬਕ ਉਹਦਾ ਕਹਿਣਾ ਮੁਗਲੋ ਤਤਾਰ ਦੇ ਮੋਰਸੇ ਆਲਾ ਦਾ ਨਾਮ ਪਸ਼ਨਾ ਸੀ। ਉਹਦੇ ਇੱਕ ਬੇਟੇ ਦਾ ਨਾਮ ਅਗੋਸ ਸੀ। ਅਗੋਸ ਦੇ 6 ਪੁੱਤਰ ਸੀ। ਵੱਡੇ बेटे का नाम कैन यानी सूरज सी, दूसरे बेटे का नाम आयो यानी चंद सी। ततारियों का दावा है वो आयो यानी चांद की नस्ल से थे। आयो का बेटा जल्दस था, जल्दस का बेटा ह्यो था, जिससे शाहान चीन की नस्ल हुई। एल खान जो आयो की छठी पुश्त पर था, उसके 2 बेटे थे, एक खान दूसरा नागस। नागस औलाद ने तातार को आबाद किया। चंगेज खान का दावा था वो खान की नस्ल से है। नागस गालबन तक्श यानी सांप की नस्ल है। अफगानिस्तान और शुमाल मगरबी इलाका कदीम ज़माने में हिंदुस्तान के नाल मुल्हक रहा। ये इलाका अहद कदीम में हिंदो तहजीब के बड़े मरकज़ों में था। भारत वर्ष के ज़माने में एक गंधारा कहलांदा सी। काबल, गंधार यानी कंदहार और सीस्तान अक्सर सियासी हैसियत से हिंदुस्तान का हिस्सा रहे। पारथी आहद में इन मकामात को सफ़ेद हिंद कहा जाता था। ये इलाके की पुरानी इमारत और खानकाहों खंडर एरी तायद करते हैं। खसूसन टैक्सला यूनिवर्सिटी के अजीम शान ਜਿਹੜੇ तारीख आ वो अज तो 2000 साल पुरानी है। उस जमाने में जिन्ने भी फातिहा हमलावर होए ਹੁੰਦੇ ਸੀ, थोड़े अरसे च ਉਹਦਾ शुमार ਛਤਰੀਆਂ च ਹੋਣ लगता सी। सिक्कियां ਜਿਹੜੇ पुराने सिक्के देखने तो मालूम ਹੁੰਦਾ पहले हुक्मरान गैर मुल्की सी, लेकिन बेटे या पोते का नाम संस्कृत में है और इसकी तख्त नशीनी या ताज पोशी छतरी रस्म के मुताबिक होती थी। राजपूतों के अक्सर कबीलों का सिलसिला नस्ब सिख या सेथी हमलावरों से था, या वो सफ़ेद हुन कौम कौन गुज्जर के हमलावरों में से थे। यही जमाना सी बाहरों आने वाले हमलावर हिंदू माशरे च हिंदुस्तान के माशरे दाखिल हो रहे सी, हिंदू तहजीब अख्तियार कर रहे सी और इन्होंने हमलावरों को गोतरा अता करने में मकामी पंडित सबकत ले जाने की कोशिश कर रहे सी। इस तरह हिंदू तहजीब हिंदुस्तान की तहजीब की तरक्की की पूरी कोशिश की जाती रही। चुनाचे विष्णु, शेवा, चंदी और सूर्या वगैरह के अध्ययन बहुत फैल गए। ਇਹਦੇ ਨਾਲ सिर्फ ब्रहमणी मजहब अपने रूज तक पहुंचा, बल्कि बुद्ध मजहब ਨੂੰ सख्त सदमा पहुंचा और बरे सगीर ਨੂੰ खैरबाद कहਣ ਤੇ मजबूर हो गया। राजपूतां ने ब्राह्मणों के नाल मिल के हिंदू मजहब ਨੂੰ दोबारा जिंदा किया। सिख, पलिहून और तर्शक जो वस्त एशिया की मशहूर कौमें थी, वो हिंद पर हमलावर होकर हिंद मजहब में दाखिल होकर राजपूत कहलाई। विल्सन का कहना सी कि राजपूत कबायल रठौर, पवार और गिलोट इतों पहले के बाद सी और चारे कबीले जट सी, जिन्होंने बाद च रजपूत कहा जान लगा और वे उस वेले के हुक्मरान सी। राजपूत या राजपुत्र यानी राजाओं की औलाद में से वजूद में आई। इसकी असल पहलवी कलमा विस्फोट शाह का बेटा है। विल्सन इन्हें गैर मुल्की तस्लीम करता है क्योंकि इन लोगों ने सकार और दीगर कबाइल के साथ मिलकर बरसगीर की तस्खीर की। राजपूत रस्मी तौर पर ब्राह्मणी मजहब च दाखिल होने वाले जट ते गुज्जर जिन्होंने लोगों ने रस्मी तौर पर मुतसब ब्राह्मणी निज़ाम की शर्तां कबूल करने तो इनकार करता और रस्मी तौर पर हिंदू मजहब दाखिल नहीं हुए, अज भी जट गुज्जर ते अहीर आ। यही वजह वा जट्टा और गुजरां दी राजपूतां दे मुश्तरके कबाइल आ। इन लोगों को अपने मकसद के पेश नज़र शशठाओं ने राजस्थान में कोह आबों में कुर्बानी की आग का अहतमाम किया और बहुत से नौ वारद लोगों को इस आग के जरिए पाक किया। इन लोगों को राजपुत्र बादशाहों की लाद का नाम दिया गया जो पहले ही थे। दिलचस्प अमर यह है कि ईरान बिलखसूस इस्तान में बड़े जिम्मेदार रोस पोहर बादशाहों की लाद कहलाते थे। बरे सगीर की इस्तिलाह राजपुत्र ईरानी कलमे का तर्जमा है। कानून गो का कहना गलत है कि इस ज़मीन पर इब्तदाई काबज जट्टों की जगह नौ वारद राजपूतों ने ले ली। कानून गो ने इस बात को फरामोश कर दिया कि पवार, तनवार, भट्टी, वगन जोया वगैरह जाटों और राजपूतों दोनों में पाए जाते हैं। जाटों की जगह राजपूतों ने इसलिए ली कि ब्राह्मणों ने मोखरुज ज़क्र को उनके खिलाफ भड़काया, क्योंकि राजपूत थोड़ा अरसा पहले हिंदू मजहब में आए। ब्राह्मणों ने राजपूतों को आला मकाम दिया, इनकी तारीफ में कसायस लिखे, इन्हें राम, अर्जन, सूरज और चंद्र हंसी से जा मिलाया।
इसके बदले राजपूतों ने भरपूर बख्शना और अगर हारा दिए। ये अमर काबिल जिक्र है कि बरसगीर में फातिहा की आमद पर जाटों को बरहमनी निज़ाम में मुदगम करने की सोची समझी कोशिशें की गईं। गैर मुल्की साका को हिंदू समाज का हिस्सा बनाने की गर्ज से मशहूर वारना स्टोमा की रसूम गढ़ी गई। अगर वाला का कहना है इन रसूमात की दायगी का निज़ाम नहायत आसान था, जो महज एक ज़ाब्ते की कार्रवाई थी जिसका मकसद गैर मुल्कियों को मजहबी रसूम के जरिए हिंदुस्तान के हिंदू समाज का हिस्सा बनाना था। वेस्टनट स्मिथ का कहना है बाज कोंडों और बारों ने फौजी ताकत हासिल करने के लिए ब्राह्मणी मजहब कबूल कर लिया, इस तरह वो राजपूतों में शामिल हो गए। राजपूत ब्राह्मणी रंग में रंगे जाट और गुज्जर हैं। यही वजह है कि हम राजपूतों के ज़हूर से पहले सिर्फ जाट और गुज्जरों को वस्ती बरसगीर राजस्थान गुजरात और सिंध में पाए जाते हैं। ये जी तुहानू मैं दस रहा जी चीज़ां सारियां। वीडियो थोड़ी जी लंबी हो रही है क्योंकि बड़ी लंबी तारीख है जी इन्हां दी। अच्छा जी, अगे चलिए जी। राजा दाहर जरा एक रजपूत बादशाह सी, मुहम्मद बिन कासम को शिकस्त खा दी इन्हें। पृथ्वीराज चौहान नूं ये राजपूत कहते हैं, तारीख तो दस चुके हैं। चौहान गुजरां दी गो था, चौहान गुजरां दी गो था क्योंकि राजा ने पुत्र सी जिहदा पिछे चलिया कि ये राजपूतां ने जिहड़े ब्राह्मणी मजहब जिन्होंने कबूल कर लिया वो जट ते गुज्जर सी, इस करके ये हो सकता वा, मैं नहीं कह रहा तारीख क्या रही है। पृथ्वीराज चौहान ने शहाबुद्दीन गोरी को 1191 च शिकस्त खाधी। राजपूत बादशाह राजस्थान तो दिल्ली मुस्लिम सल्तनत ते हमले करते होंगे सी। अलाउद्दीन खिलजी जिहड़ा मुसलमान बादशाह से उन्हें 1303 ਵਿੱਚ चित्तौर ਤੇ 1301 ਵਿੱਚ रथंबोर सवाना जलोर किलियां ਦੀ मूवमेंट रोकती। उन्हें राणा सांगा सुल्तान खम करना सिंह महाराणा खंबा सांगा ने राजपूत फौज ਨੂੰ ਇਕੱਠਾ ਕਰਕੇ ਪਹਿਲੀ ਜੰਗ ਵਿੱਚ ਬਾਬਰ ਦੀ ਆਰਮੀ ਨੂੰ ਸ਼ਿਕਸਤ ਦਿੱਤੀ, मगर खानवा आगरा के मगरब 60 किलोमीटर के फासले तो बाबर की आर्मी को हार गया, क्योंकि बाबर की आर्मी ने पहली दफा उत्थे गन पाउडर का इस्तेमाल किया, जिन्हें जी हिंदुस्तान वास्ते एक नवी चीज़ सी, जी हिंदुस्तान वास्ते एक नवी चीज़ सी। क्योंकि बाबर आया सी फरगाना बस्त शाही रियासत उत्थे अपना ततारियां ने गन पाउडर या तुर्का ने गन पाउडर इस्तेमाल करते थे। राणा सांगा जरा महाराणा खंबे का पोता सी, इन्हें की किया, इन्हें गुजरात मालवा और दिल्ली के सुल्ताना नूं कई दफा शिकस्त दी और अपनी सल्तनत कायम की। 15वीं सदी में मालवा और गुजरात के मुसलमान सुल्ताना ने मेवाड़ ते कब्जे की कोशिश की, मगर नाकाम रहे। राणा सांगा मेवाड़ का राणा सी, रजपूत सी, बादशाह सी, मगर बाद च बाबर को हार गया। राणा सांगा बाबर को हार गया जी जंग में। बाबर ने तुजके बाबरी विच राणे सांगे नूं अजीम हिंदू बादशाह करार दिता। तुजके बाबरी बाबर लिखा राणा सांगा एक अजीम हिंदू बादशाह सी। और नाल दे कृष्णा दिओराया नूं अजीम बादशाह हिंदू करार दिता, जिहड़ा विजय नागरा का बादशाह सी 1509 तो 1529 तक। अच्छा, कुछ साल बाद राव मालदियो राठौर मरवाड़ का बादशाह ताकत नाल उभरिया और मगरबी इंडिया का बादशाह बन गया। 1531 कुछ साल बाद राव मालदियो राठौर मरवाड़ का बादशाह ताकत नाल उभरिया और मगरबी इंडिया का बादशाह बन गया, कच्छ तो लैके पंजाब तक। अफसानवी दास्ताना के मुताबिक 12वीं सदी ईस्वी 1200 काफ़ी जो रजपूत सी मशरक तो मगरब तो मशरक तरफ चल गए, क्योंकि मगरब हिंदुस्तान के हमले मुसलमान बादशाह हमलावर हुए, मुसलमान बादशाह हमलावर हुए, जिस वजह तो मजबूर हो गए मगरब तो मशरक जान ली। दरिया गंगा के नाल नाल उत्तर प्रदेश बहार के मैदानी इलाकों में फैल गए, उत्थे जाके जमीनां आबाद की, जंगलात जेरे सी उन्होंने खत्म करके जमीनां आबाद की। और तुहानू नाल नाल दसी चलीए
ਬਾਦਸ਼ਾਹ ਮੁਗਲ ਬਾਦਸ਼ਾਹ ਦੌਰ ਚ ਅਕਬਰ ਬਾਬਰ ਕੋ ਸ਼ਿਕਸਤ ਖਾਣ ਤੋਂ ਬਾਅਦ ਜਿਹੜਾ ਆਪਣਾ ਪੋਤਾ ਸੀ ਬਾਬਰ ਦਾ ਅਕਬਰ ਨੇ ਰਜਪੂਤਾਂ ਦੇ ਨਾਲ ਮੁਆਹਦੇ ਕੀਤੇ। ਇਹਨਾਂ ਦੀ ਇਹਨਾਂ ਨੂੰ ਗਵਰਨਰ ਬਣਾਇਆ, ਇਹਨਾਂ ਨੂੰ ਫੌਜਾਂ ਜਰਨੈਲ ਬਣਾਏ। ਇਹਨਾਂ ਨੇ ਸ਼ਾਦੀਆਂ ਕੀਤੀਆਂ ਅਕਬਰ ਦੇ ਦੌਰ 'ਚ ਰਜਪੂਤਾਂ ਨੇ ਮੁਸਲਮਾਨਾਂ ਦੇ ਬਾਦਸ਼ਾਹਾਂ ਦੇ ਨਾਲ, ਸ਼ਹਿਜ਼ਾਦਿਆਂ ਦੇ ਨਾਲ। ਤੇ ਉਹ ਸ਼ਾਦੀਆਂ ਤੋਂ ਬਾਅਦ ਔਰੰਗਜ਼ੇਬ ਉਸ ਤੋਂ ਬਾਅਦ ਇਹ ਕੰਮ ਚੱਲਦਾ ਰਿਹਾ, ਉਹਦੇ ਚੱਲਦੇ ਰਹੇ ਅਕਬਰ ਦੇ ਦੌਰ 'ਚ ਔਰੰਗਜ਼ੇਬ ਆਲਮਗੀਰ ਦੇ ਦੌਰ ਤੱਕ ਇਹ ਕੰਮ ਚੱਲਦੇ ਰਹੇ। ਰਜਪੂਤ ਜਿਹੜੇ ਆ ਸਿਆਸੀ ਮੰਜ਼ਰਨਾਮੇ ਤੇ 7ਵੀਂ ਸਦੀ ਦੀ ਇਬਤਦਾ 'ਚ ਆਏ। सन 800 ईस्वी में राजपूत खानदान शुमाली हिंदुस्तान पर गलबे पे थे। वहाँ इनकी बहुत सी छोटी राजपूत सल्तनतें कायम थी जो मुसलमानों के हिंदुस्तान पर मुकम्मल तसल्लुत में रुकावट थी। 1020 ਵਿੱਚ ग्वालियर और कालंजर ਦੇ ਰਜਪੂਤ ਹੁਕਮਰਾਨ महमूद गजनवी ਦੇ ਹਮਲੇ ਰੋਕਣ 'ਚ ਕਾਮਯਾਬ ਰਹੇ। ਮਸ਼ਰਕੀ ਪੰਜਾਬ और दरियाए गंगा की वादी ਦੇ मुसलमानों की फतह के बाद राजपूतां ने राजपूताना और वस्ती हिंदुस्तान के जंगलों में अपनी आज़ादी बरकरार रखी। सुल्तान अलाउद्दीन खिलजी ने मशरकी राजपूताना ਵਿੱਚ चित्तौड़ और रतनपुर के दो अजीम राजपूत किले फतह कर लिए मगर कब्जा ना कर सके। ਅੱਗੇ ਤਾਂ ਜ਼ਿਕਰ ਕਰ ਚੁੱਕੇ ਹਾਂ ਰਾਣੇ ਸਾਂਗੇ ਦਾ, ਰਾਣੇ ਖੰਬੇ ਦਾ ਜਿਹੜਾ ਪੋਤਾ ਸੀ। ਉਸ ਤੋਂ ਬਾਅਦ ਅਕਬਰ ਦੀ ਤਾਂ ਜ਼ਿਕਰ ਕਰ ਚੁੱਕੇ ਹਾਂ। ਅਕਬਰ ਤੋਂ ਬਾਅਦ ਔਰੰਗਜ਼ੇਬ ਆਲਮਗੀਰ ਤੱਕ ਇਹਦਾ ਦੌਰ ਚੱਲਦਾ ਰਿਹਾ, ਮਗਰ ਔਰੰਗਜ਼ੇਬ ਆਲਮਗੀਰ ਦੇ ਦੌਰ 'ਚ ਆ ਕੇ ਰਜਪੂਤਾਂ ਦੇ ਨਾਲ ਮੁਆਹਦੇ ਖਤਮ ਹੋ ਗਏ, ਜੰਗਾਂ ਸ਼ੁਰੂ ਹੋ ਗਈਆਂ, ਮੁਗਲਾਂ ਦਾ ਦੌਰ ਖਤਮ ਹੋ ਗਿਆ, ਮਰਾਠਿਆਂ ਦਾ ਦੌਰ ਆ ਗਿਆ। ਮਰਾਠਿਆਂ ਦੀ ਦੌਰ 'ਚ ਆ ਕੇ ਰਜਪੂਤਾਂ ਨੂੰ ਕਾਫੀ ਮਾਰ ਪਈ, और रजपूता ने अंग्रेज़ों को मदद मंगी। रजपूता ने अंग्रेज़ों को मदद मंगी मगर अंग्रेज़ों ने मदद करने तो इनकार करता, क्योंकि उस तो बाद 18वीं सदी ਵਿੱਚ ਇਹਨਾਂ ਨੇ 1818 ਵਿੱਚ ਇਹਨਾਂ ਨੇ ਬਰਤਾਨਵੀ ਤਸੱਲੁਤ ਨੂੰ ਕਬੂਲ ਕਰ ਲਿਆ। ਜਿਹੜੇ ਜਦੋਂ ਅੰਗਰੇਜ਼ ਦੌਰ ਆਇਆ ਉਹਨਾਂ ਨੇ ਲਿਖਿਆ, ਅੰਗਰੇਜ਼ਾਂ ਨੇ ਜਿਹੜੀ ਤਰੀਖ ਲਿਖੀ ਆ, ਉਹਨਾਂ ਨੇ ਲਿਖਿਆ ਕਿ ਜਿਹੜੇ ਰਜਪੂਤਾਂ ਦੇ ਬਾਰੇ ਤਰੀਖ ਹੈ ਨਾ ਮਾਜ਼ੀ ਦੀ ਜੰਗਾਂ ਦੇ ਹਵਾਲੇ ਨਾਲ, ਕਿ ਵੱਡੀਆਂ ਵੱਡੀਆਂ ਜੰਗਾਂ ਲੜੀਆਂ, ਉਹ ਕਹਿੰਦੇ ਆ ਅੰਗਰੇਜ਼ ਕਿ ਇਹਨਾਂ ਨੇ ਮਰਾਠਿਆਂ ਕੋ ਮਾਰ ਖਾਧੀ, ਸਾਡੇ ਕੋਲ ਮਦਦ ਮੰਗਦੇ ਹੁੰਦੇ ਸੀ, ਅਸੀਂ ਇਹਨਾਂ ਦੀ ਮਦਦ ਨਹੀਂ ਕਰਦੇ ਸੀ, ਔਰ ਸਾਡੇ ਤਸੱਲੁਤ ਨੂੰ ਉਹਨਾਂ ਨੇ ਕਬੂਲ ਕਰ ਲਿਆ, ਸਾਡੇ ਨਾਲ ਇਹਨਾਂ ਦੀ ਦੋਸਤੀ ਹੋ ਗਈ ਤੇ ਸਾਡੇ ਖਿਲਾਫ ਇਹਨਾਂ ਨੇ ਕਿਸੇ ਜੰਗ ਦੇ ਵਿੱਚ ਹਿੱਸਾ ਨਹੀਂ ਲਿਆ। ਯਾਨੀ ਰਜਪੂਤਾਂ ਨੇ ਕੋਈ ਇੱਕਾ ਦੁੱਕਾ ਹੀ ਸ਼ਾਇਦ ਪੇਸ਼ ਹੋਵੇ, ਇੱਕਾ ਦੁੱਕਾ ਮਿਸਾਲ ਹੋਵੇ ਕਿ ਅੰਗਰੇਜ਼ ਦੇ ਖਿਲਾਫ ਲੜੇ ਆ, ਮਗਰ ਉਹ ਕਹਿ ਰਹੇ ਆ ਅੰਗਰੇਜ਼ ਨੇ ਆਪਣੀ ਤਾਰੀਖ 'ਚ ਲਿਖਿਆ ਕਿ ਇਹ ਬਲਕਿ ਭਰਤੀ ਹੋਣ ਲੱਗ ਪਏ, ਰਜਪੂਤ ਅੰਗਰੇਜ਼ ਫੌਜ 'ਚ ਭਰਤੀ ਹੋਣ ਲੱਗ ਪਏ। ਕਨਵਰ ਸਿੰਘ ਇੱਕ ਰਜਪੂਤ ਜ਼ਿਮੀਂਦਾਰ ਸੀ। 1857 ਦੀ ਜੰਗੇ ਆਜ਼ਾਦੀ ਬਹਾਰ ਵਿੱਚ ਇਹਨੇ ਸਿਰਫ ਇੱਕ ਰੋਲ ਅਦਾ ਕੀਤਾ, ਕਨਵਰ ਸਿੰਘ ਨੇ, ਰਜਪੂਤ ਜ਼ਿਮੀਂਦਾਰ ਨੇ। ਬਾਕੀ ਉਹ ਕਹਿੰਦੇ ਆ ਜੀ, ਰਾਬਰਟ ਸਟਨ ਕਹਿੰਦੇ ਆ ਰਾਜਪੂਤਾਨਾ में अगरचे फौजी कुछ बगावतें हुई थी, कमांड अंग्रेज अफसरों ने की थी। राजपूत दरबार के मस्कीटर्स और जागीरदार घुड़सवार ने 1857 की बगावत में बिल्कुल भी हिस्सा नहीं लिया। ये कौन कह रहा है? मौरख रॉबर्ट स्टर्न बताते हैं कि इन्होंने बिल्कुल हिस्सा नहीं लिया। राजस्थान के इलाके देखो साबित हो रही है गल कि अंग्रेज़ ने कहा कि साढ़े खिलाफ बिल्कुल नहीं लड़े, साढ़े नाल इन्होंने दोस्ती कर ली, सानू उन्होंने कबूल कर लिया तो ये अपने आप नूं ਜਿਹੜੀਆਂ ਦਿਓਮਾਲਾ ਦੀ ਦਸਤਾਨਾ ਵਾ ਉਹ ਸਾਰੀਆਂ ਅੰਗਰੇਜ਼ ਦੇ ਬਕੌਲ, ਮੈਂ ਨਹੀਂ ਕਹਿ ਰਿਹਾ ਭਾਈ ਅੰਗਰੇਜ਼ ਕਹਿ ਰਹੇ, ਮੈਂ ਨਹੀਂ ਕਹਿ ਰਿਹਾ, ਗੁੱਸਾ ਨਾ ਕਰੋ ਰਜਪੂਤੋ, ਕਿ ਜਿਹੜੀਆਂ ਪਹਿਲੀਆਂ ਜੰਗਾਂ ਮੁਸਲਮਾਨਾਂ ਨਾਲ ਲੜੀਆਂ, ਜਿਹਨਾਂ ਨਾਲ ਲੜੀਆਂ, ਹੋ ਸਕਦਾ ਹਕੀਕਤ ਹੋ ਜਾਏ, ਬਕੌਲ ਅੰਗਰੇਜ਼ ਕਹਿ ਰਿਹਾ ਕੋਈ ਹਕੀਕਤ ਨਹੀਂ, ਅੰਗਰੇਜ਼ ਕਹਿੰਦੇ ਸਾਡੇ ਖਿਲਾਫ ਬਿਲਕੁਲ ਨਹੀਂ ਲੜੇ। ਸਵਾਏ ਕਨਵਰ ਸਿੰਘ ਇੱਕ ਰਜਪੂਤ ਸੀ, ਜ਼ਿਮੀਂਦਾਰ ਸੀ, ਉਹ ਥੋੜਾ ਬਹੁਤ ਲੜਿਆ। ਬਾਕੀ ਉਹ ਕਹਿੰਦੇ ਜੀ ਸਾਡੇ ਖਿਲਾਫ ਰਾਈ ਵੀ ਲੜੇ, ਜੱਟ ਵੀ ਲੜੇ, ਗੁੱਜਰ ਵੀ ਲੜੇ, ਬਾਕੀ ਹੋਰ ਕੌਮਾਂ ਜਿਹੜੀਆਂ ਬੈਠੀਆਂ ਹਿੰਦੁਸਤਾਨ ਸਾਰੇ ਨਾਲ ਲੜੇ, ਮਗਰ ਇਹ ਨਹੀਂ ਸਾਡੇ ਨਾਲ ਲੜੇ। ਹੁਣ ਤੁਹਾਨੂੰ ਇੱਕ ਰੀਕੈਪ ਦੇ ਦਈਏ ਜੀ। ਰੀਕੈਪ ਕੀ ਆ ਜੀ? ਜਿਹੜੇ ਰਜਪੂਤ ਆ ਇਹ ਆਪਣੇ ਆਪ ਨੂੰ 5 ਤਬਕਿਆਂ 'ਚ ਤਕਸੀਮ ਕਰਦੇ ਆ। सूर्या या सूरजवंशी, इनका मोर्सी आला रामचंद्र है और तमाम सूरजवंशी कबाइल के शजरा नस्ब राम के लड़कों लो और कश से मिलते हैं। चंद्रिया यानी चंद्रवंशी, इनको मोर्सी आला हरिकृष्ण था, हरिकृष्ण का लकब दिया या दो था।
जिसका तलफ़्फ़ुज़ एक जादू है, इसलिए चंद्रवंशी कबाइल यादों के अलावा जादू भी कहलाते हैं। अग्निकल या आग हंसी रवायत के मुताबिक ब्राह्मणों ने ख्वाबों पर एक अग्निकांड आग के लाव से देवताओं की मदद से पैदा किया। नाग हंसी या तक्षक हिंद रियाई में तक्षक सांप को कहते हैं और ये अकवाम का दावा है कि यह नाग की नस्ल से हैं। ਹੁਣ ਦੇਖਿਆ ਜਾਵੇ ਇਹ ਸਾਰੀਆਂ ਚੀਜ਼ਾਂ ਮੇਰੇ ਖਿਆਲ ਮੁਤਾਬਕ ਉਹ ਤਰੀਕ ਦਾ ਜੇ ਕਹਿੰਦੇ ਆ ਕਿ ਦਿਓ ਮਾਲਈ ਦਾਸਤਾਨਾਂ ਜਿਹੜੀਆਂ ਪੇਸ਼ ਕੀਤੀਆਂ ਜਾ ਰਹੀਆਂ ਕਿ ਖਸ਼ਤਰੀ ਸੀ ਜਾਂ ਜੋ ਵੀ ਸੀ ਜਾਂ ਸੂਰਿਆਵੰਸ਼ੀ ਸੀ ਜਾਂ ਚੰਦਰੀਆਵੰਸ਼ੀ ਸੀ ਜਾਂ ਅਗਨੀ ਸਾਕਸ਼ੀ ਸੀ ਜਾਂ ਜੋ ਵੀ ਸੀ ਉਹ ਕਹਿੰਦੇ ਕਿ ਨਾ ਤਰੀਕ ਨਾਲ ਕੋਈ ਤਲਕ ਨਹੀਂ ਹੈ ਗਿਆ, ਇਹ ਮਨਗੜਤ ਦਾਸਤਾਨਾਂ ਵਾ, ਤਰੀਕ ਦਾ ਨਹੀਂ ਕਹਿੰਦੇ ਆ। ਹੁਣ ਰਾਜਪੂਤ ਲਫ਼ਜ਼ ਦਾ ਇਸਤੇਮਾਲ ਵੀ ਨਹੀਂ ਹੋਇਆ, ਮੁਸਲਮਾਨਾਂ ਬਾਦਸ਼ਾਹ ਨੇ ਮੁਸਲਮਾਨ ਜਿਹੜੇ ਹਮਲਾਵਰ ਆ ਉਹਨਾਂ ਨੇ ਆਪਣੀ ਤਰੀਕ ਦੇ ਵਿੱਚ ਇਸਤੇਮਾਲ ਹੀ ਨਹੀਂ ਕੀਤਾ। 10ਵੀਂ ਸਦੀ ਈਸਵੀ ਤੋਂ ਬਾਅਦ ਰਾਜਪੂਤ ਲਫ਼ਜ਼ ਦਾ ਇਸਤੇਮਾਲ ਹੋਣਾ ਸ਼ੁਰੂ ਹੋਇਆ। ਹੁਣ 10ਵੀਂ ਸਦੀ ਈਸਵੀ ਤੋਂ ਬਾਅਦ ਰਾਜਪੂਤ ਲਫ਼ਜ਼ ਦਾ ਇਸਤੇਮਾਲ ਹੋਣਾ ਸ਼ੁਰੂ ਹੋਇਆ, ਉਸ ਤੋਂ ਪਹਿਲੇ ਇਸਤੇਮਾਲ ਨਹੀਂ ਹੁੰਦਾ ਸੀ। ਹੁਣ ਜਿਹੜਾ ਰਾਏ ਆ, ਰਾਏ ਕਬੀਲਾ ਇੱਕ ਇਰਾਨ ਵਿੱਚ ਸੀ, ਇਹਦਾ ਕੋਈ ਤਲਕ ਨਹੀਂ ਸੀ ਇਹਦੇ ਨਾਲ। ਤੇ ਇਹ ਚੀਜ਼ਾਂ ਤੁਹਾਨੂੰ ਦੱਸਣ ਦਾ ਮਕਸਦ ਇਹ ਆ ਕਿ ਇਹ 5ਵੀਂ ਸਦੀ ਈਸਵੀ ਚੋਂ ਮੰਜ਼ਰਨਾਮੇ ਦੇ ਆਏ ਆ ਚੰਦਰਗੁਪਤ ਮੌਰੀਆ ਦੀ ਮੌਰੀਆ ਸਲਤਨਤ ਖਤਮ ਹੋਣ ਤੋਂ ਬਾਅਦ। ਤੇ ਇਹ ਮੌਰਖ ਜਿਹੜੇ ਆ ਜਦੀਦ ਮੌਰਖ ਕਹਿੰਦੇ ਆ ਮੁਤਫਰਕ ਗਰੁੱਪਾਂ ਦਾ ਮੁਸ਼ਤਮਲ ਸੀ ਔਰ ਮਖਲੂਤ ਨਸਲ ਹੈ ਰਜਪੂਤ ਜਿਹੜੇ ਆ। ਤੇ ਸੰਨ 47 ਵਿੱਚ ਜਿਹੜੀਆਂ ਜ਼ਿਆਦਾਤਰ ਰਜਪੂਤ ਰਿਆਸਤਾਂ ਸੀ ਉਹ ਹਿੰਦੁਸਤਾਨ ਦੇ ਅੰਦਰ ਇੱਕ ਯੂਨੀਅਨ ਦਾ ਦਰਜਾ ਦੇ ਕੇ ਉਹਨੂੰ ਰਾਜਸਥਾਨ ਰਿਆਸਤ ਬਣਾਉਣ ਵਾਸਤੇ ਜ਼ਿੰਮ ਕਰਤਾ ਗਿਆ। ਤੇ ਔਰ ਤਾਰੀਖਦਾਨ ਵਿੱਚ ਇੱਕ ਆਪਣਾ ਰਾਣਾ ਹਮੇਰ ਇੱਕ ਗੁਜ਼ਰਿਆ ਵਾ ਜੀ, ਰਜਪੂਤ ਮੇਵਾੜ ਦਾ ਰਾਜਾ, ਜਿਹਨੇ ਮੁਹੰਮਦ ਬਿਨ ਤੁਗਲਕ ਦੀ ਆਰਮੀ ਨੂੰ ਸੰਗੋਲੀ ਦੇ ਮੁਕਾਮ ਤੇ ਸ਼ਿਕਸਤ ਦਿੱਤੀ ਸੀ ਔਰ ਰਾਜਸਥਾਨ ਨੂੰ ਤੁਰਕਾਂ ਦੇ ਕਬੀਲਿਆਂ ਤੋਂ ਆਜ਼ਾਦ ਕਰਾਇਆ ਸੀ। ਨਾਲ ਨਾਲ ਤੁਹਾਨੂੰ ਦੱਸੀ ਜਾ ਰਹੇ ਜੀ, ਨਾਲ ਨਾਲ ਰੀਕੈਪ ਕਰੀ ਜਾ ਰਹੇ ਕਿਉਂਕਿ ਬਹੁਤ ਲੰਬੀ ਚੌੜੀ ਹਿਸਟਰੀ ਹੈ ਜੀ, ਦੱਸੀ ਗਈ ਬਣਾਈ ਗਈ ਹੈ, ਜੋ ਵੀ ਵਟ ਐਵਰ ਅੰਗਰੇਜ਼ਾਂ ਨੇ ਦੱਸੀ, ਹਿੰਦੂਆਂ ਨੇ ਜਿਹੜੀ ਦੱਸੀ, ਤੁਹਾਨੂੰ ਸਾਰਾ ਕੁਝ ਦੱਸ ਰਹੇ ਹਾਂ। ਯਾਨੀ ਕਿ ਰਾਜਪੂਤ ਲਫ਼ਜ਼ ਜਿਹੜਾ ਵਾ ਇੱਕ ਰਾਜਾ ਪੁੱਤਰਾ ਉਸ ਤੋਂ ਬਾਅਦ ਰਾਜਪੂਤ ਲਫ਼ਜ਼ 15ਵੀਂ ਸਦੀ ਤੋਂ ਪਹਿਲੇ ਕਿਸ ਵਾਸਤੇ ਇਸਤੇਮਾਲ ਹੁੰਦਾ ਸੀ? ਪਿੰਡ ਦੇ ਸਰਬਰਾਹ ਵਾਸਤੇ, ਸਰਬਰਾਹ ਦੇ ਮਤਹਿਤ ਵਾਸਤੇ ਜਾਂ ਹੋਰ ਸੋਲਜਰ ਵਾਸਤੇ ਜਾਂ ਕਿਸੇ ਫੌਜੀ ਵਾਸਤੇ। ਤੇ ਇਹ ਸਾਨੂੰ ਸਾਰੀ ਡਿਟੇਲ ਦੱਸੀ ਗਈ ਹੈ ਜੀ, ਤੇ ਬੜੀ ਲੰਬੀ ਚੌੜੀ ਡਿਟੇਲ ਆ, ਤੁਸੀਂ ਬੜੇ ਗੌਰ ਦੇ ਨਾਲ ਸੁਣਨੀ ਆ। ਉਮੀਦ ਕਰਾਂ ਤੁਹਾਨੂੰ ਪਸੰਦ ਆਏਗੀ। ਸ਼ੁਕਰੀਆ। ਜਾਂ